ਨੇ ਜੀ ਜਿੱਦਾਂ ਹੁਣ ਕਿਸਾਨ ਸੰਘਰਸ਼ ਕਮੇਟੀ ਤੋਂ ਉੱਠੇ ਜਾਂ ਕੁਝ ਹੋਰ ਜਥੇਬੰਦੀਆਂ ਜਿਹੜੀਆਂ ਖੁਦ ਬਣੀਆਂ ਹੋਈਆਂ ਜਥੇਬੰਦੀਆਂ ਨੇ ਉਹ ਉਹਨਾਂ ਦਾ ਸਾਥ ਦੇ ਰਹੀਆਂ ਨੇ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਦੇਖੋ, ਮੈਂ ਜਥੇਬੰਦੀਆਂ ਨੂੰ ਇਹੀ ਬੇਨਤੀ ਕਰਦਾ ਵੀ ਜਥੇਬੰਦੀਆਂ ਦਾ ਬਹੁਤ ਵੱਡਾ ਸਹਿਯੋਗ ਹੁੰਦਾ ਇਨਸਾਫ ਦਿਵਾਉਣ 'ਚ, ਦੋਸ਼ੀ ਨੂੰ ਫੜਾਉਣ ਦੇ ਵਿੱਚ। ਲੇਕਿਨ ਜਥੇਬੰਦੀਆਂ ਦਾ ਇਹ ਕੋਈ ਫਰਜ਼ ਨਹੀਂ ਹੁੰਦਾ ਵੀ ਆਪਾਂ ਨਿਰਦੋਸ਼ ਬੰਦਿਆਂ ਨੂੰ ਪ੍ਰੈਸ਼ਰ ਪਾ ਕੇ ਅੰਦਰ ਕਰਵਾਈਏ। ਉਹਨਾਂ ਨੂੰ ਸਿਰਫ ਇਹੀ ਗੱਲ ਸਮਝਣੀ ਚਾਹੀਦੀ ਹੈ, ਆਪਦੇ ਆਪ ਨੂੰ ਉਹ ਸੰਸਥਾ ਦਾ ਚੇਅਰਮੈਨ ਮੰਨ ਕੇ ਸੋਚਣ। ਇੱਕ ਹੋਰ ਤੁਹਾਨੂੰ ਇਹ ਦੱਸਣਾ ਚਾਹਣਾ, ਇੱਥੇ ਇਹ ਵੀ ਰੂਲ ਆ ਸੰਸਥਾਵਾਂ ਦੇ ਵਿੱਚ ਵੀ ਜੇਕਰ ਬੱਸ ਨਾਲ ਕਿਸੇ ਨਾਲ ਕੋਈ ਦੁਰਘਟਨਾ ਹੁੰਦੀ ਹੈ ਬਾਹਰ, ਤਾਂ ਉਸ ਦਾ ਪਰਚਾ ਵੀ ਪ੍ਰਿੰਸੀਪਲ ਤੇ ਦਰਜ ਕੀਤਾ ਜਾਂਦਾ। ਹੁਣ ਇੱਕ ਸਕੂਲ ਦੇ ਵਿੱਚ, ਇੱਕ ਕਾਲਜ ਦੇ ਵਿੱਚ 20-30 ਬੱਸਾਂ ਨੇ, ਉਹਦੇ ਵਿੱਚ ਡਰਾਈਵਰ ਹੈ, ਕੰਡਕਟਰ ਹੈ, ਉਹਦੇ ਕਾਗਜ਼ ਪੂਰੇ ਨੇ, ਉਹਦੇ ਟੈਕਸ ਪੂਰੇ ਨੇ। ਹੁਣ ਪ੍ਰਿੰਸੀਪਲ 20 ਬੱਸਾਂ 'ਚ ਕਿਵੇਂ ਬੈਠ ਕੇ ਚਲਾ ਜਾਊਗਾ ਜੀ? ਅਗਰ ਕੋਈ ਐਸੀ ਘਟਨਾਵਾਂ ਧਰਤੀ ਤੇ ਹੁੰਦੀਆਂ ਨੇ, ਉਹ ਉਹਨਾਂ ਦਾ ਨਿਖੇਧੀ ਵੀ ਕੀਤੀ ਜਾਂਦੀ ਹੈ, ਉਹਦੇ ਸਜ਼ਾਵਾਂ ਵੀ ਹੁੰਦੀਆਂ ਨੇ। ਫਾਂਸੀ ਦੀ ਸਜ਼ਾ ਦੀ ਮੰਗ ਕਰਦੇ ਹਾਂ ਅਸੀਂ, ਪਰ ਕਰੋ ਤਾਂ ਦੋਸ਼ੀ ਦੇ ਨਾ ਜੀ। ਸੋ ਇਸ ਲਈ ਜਿਹੜੀਆਂ ਉਹ ਤੁਸੀਂ ਗੱਲ ਕਰੋ ਜਥੇਬੰਦੀਆਂ ਨੇ, ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਉਹ ਇਕੱਲਾ ਇੱਕ ਪੱਖ ਨਾ ਦੇਖਣ। ਅਸੀਂ ਵੀ ਸਾਰੇ ਪੇਰੈਂਟਸ ਦੇ ਨਾਲ ਖੜੇ ਹੋਣ ਨੂੰ ਆਏ ਆ ਉੱਥੇ, ਪਰੰਤੂ ਬੇਨਤੀ ਇਹ ਆ ਵੀ ਇਹ ਸੰਸਥਾ ਦੇ ਜਿਹੜਾ ਚੇਅਰਮੈਨ ਦਾ ਕੀ ਦੋਸ਼ ਆ, ਇੱਥੋਂ ਦੇ ਪ੍ਰਿੰਸੀਪਲ ਦਾ ਕੀ ਦੋਸ਼ ਆ। ਹੋ ਸਕਦਾ ਇਹ ਦੋਸ਼ੀ ਹੋ ਜਾਣ, ਪਰ ਇਨਵੈਸਟੀਗੇਸ਼ਨ ਤੋਂ ਬਿਨਾਂ ਕਿਵੇਂ ਦੱਸ ਸਕਦੇ ਨੇ? ਹਜੇ ਕੋਈ ਗੱਲ ਨਹੀਂ ਹੋਈ, ਪੂਰੀ ਕੋਆਪਰੇਸ਼ਨ ਚੱਲ ਰਹੀ ਹੈ। ਤਾਂ ਸਾਡੇ ਪਾਰਟ ਤੇ ਕੋਈ ਅਣਗਹਿਲੀ ਵੀ ਨਹੀਂ ਨਜ਼ਰ ਆ ਰਹੀ। ਜਦੋਂ ਸਾਡੇ ਕੋਲ CCTV ਫੁਟੇਜ ਹੈਗੀ ਆ, ਬੱਚੇ ਦੇ ਉਤਰਨ ਤੋਂ ਲੈ ਕੇ ਚੜ੍ਹਨ ਤੋਂ ਲੈ ਕੇ ਉਤਰਨ ਤੱਕ ਸਾਰੀ ਫੁਟੇਜ ਆ, ਫਿਰ ਉਹਨਾਂ ਨੇ ਦੋਸ਼ ਕਿਵੇਂ ਨਿਰਧਾਰਿਤ ਕਰ ਲਿਆ? ਸੋ ਇਸ ਲਈ ਇਹ ਬਹੁਤ ਬੜਾ ਮਤਲਬ ਮਾੜਾ ਕਦਮ ਆ। ਜਥੇਬੰਦੀਆਂ ਨੂੰ ਜਿਹੜਾ ਹੈਗਾ ਦੋਨੇ ਪੱਖਾਂ ਤੋਂ ਸੋਚ ਕੇ ਵਿਚਾਰ ਕਰਕੇ ਫਿਰ ਸਪੋਰਟ ਕਰਨੀ ਚਾਹੀਦੀ। ਜੀ ਸਰ, ਜਿਹੜਾ ਤੁਸੀਂ ਕਿਹਾ ਸੀਗਾ ਕਿ ਤੁਸੀਂ ਕੱਲ ਐਜੀਟੇਸ਼ਨ ਦਾ ਕਿਹਾ ਸੀ ਕਿ ਤੁਹਾਨੂੰ ਦਾ ਬਣਿਆ, ਉਹਦੇ 'ਚ ਸਾਨੂੰ ਬਾਅਦ 'ਚ DC ਸਾਹਿਬ ਨੇ, SSP ਸਾਹਿਬ ਨੇ, ਮਹਾਜਨ ਸਾਹਿਬ ਨੂੰ ਸਪੈਸ਼ਲੀ ਇਨਫੋਰਮ ਕੀਤਾ ਹੈ ਕਿ ਅਸੀਂ ਜਾਂਚ ਤੇਜ਼ੀ ਨਾਲ ਸ਼ੁਰੂ ਕਰਤੀ ਹੈ, ਕਿਉਂਕਿ ਜਿਹੜਾ ਐਵੀਡੈਂਸ ਮਿਲ ਰਿਹਾ ਜਿਹੜੇ ਉਹਦੇ ਮੁਤਾਬਕ ਪੁਲਿਸ ਵੀ ਕਹਿ ਰਹੀ ਸੀ ਸ਼ਾਮ ਤੱਕ ਕਿ ਸਕੂਲ ਦੀ ਘਟਨਾ ਨਹੀਂ ਲੱਗਦੀ। ਫੁਟੇਜ ਬੇਸਿਸ ਤੇ ਪੁਲਿਸ ਨੇ ਇਨਵੈਸਟੀਗੇਟ ਤਾਂ ਹੀ ਤਾਂ ਅਰੈਸਟ ਹੀ ਕੀਤਾ ਸੀਗਾ। ਜਿਹੜੀ ਅਰੈਸਟ ਰਾਤ ਨੂੰ ਹੀ ਅਰਲੀ ਮਾਰਨਿੰਗ ਕਰ ਰਹੇ ਹੋ, ਪਹਿਲਾਂ ਵੀ ਕਰ ਸਕਦੇ ਸੀਗੇ, ਬਟ ਇਹ ਸਾਰਾ ਦਬਾਅ 'ਚ ਕੀਤਾ। ਔਰ ਉਸ ਤੋਂ ਬਾਅਦ ਸ਼ਾਮੀ ਮਾਨ ਸਾਹਿਬ ਨੂੰ ਸਪੈਸ਼ਲ DC ਸਾਹਿਬ ਤੇ SSP ਸਾਹਿਬ ਨੇ ਇਨਫੋਰਮ ਕੀਤਾ ਕਿ ਅਸੀਂ ਟੀਮਾਂ ਲਗਾਤੀਆਂ, ਅਸੀਂ ਇਨਵੈਸਟੀਗੇਸ਼ਨ ਤੇਜ਼ੀ ਨਾਲ ਸ਼ੁਰੂ ਕਰਤੀ ਹੈ ਔਰ ਜਲਦੀ ਜਿਹੜੇ ਹੈ ਕਲਪਿਟ ਨੂੰ ਅਸੀਂ ਪਕੜਾਂਗੇ। ਬਟ ਜਦ ਤੱਕ ਕਲਪਿਟ ਪਕੜਿਆ ਨਹੀਂ ਗਿਆ ਸੀ, ਉਦੋਂ ਤੱਕ ਗਿੱਲ ਸਾਹਿਬ ਨੂੰ ਕਿਉਂ ਪਕੜਿਆ ਗਿਆ? ਗਿੱਲ ਸਾਹਿਬ ਤਾਂ ਸ਼ੁਰੂ ਤੋਂ ਕਹਿ ਰਹੇ ਸੀਗੇ, ਉਹਨਾਂ ਨੂੰ ਤਾਂ ਸਕੂਲ 'ਚ ਬੈਠੇ ਰਹੇ, ਹੋ ਆਪਦੀ ਇੰਸਟੀਟਿਊਸ਼ਨ ਬੈਠੇ ਰਹੇ, ਉਹ ਕਿਤੇ ਨਹੀਂ ਗਏ। ਔਰ ਉਹਦੇ ਬਾਵਜੂਦ ਵੀ ਉਹਨਾਂ ਨੂੰ ਸਡਨਲੀ ਜਦੋਂ ਉਹਨਾਂ ਨੇ ਆਫਰ ਕੀਤਾ ਤੇ ਉਸ ਤੋਂ ਬਾਅਦ ਕਰਕੇ ਤੇ ਜਾਮ ਖੁਲਵਾ ਕੇ ਦੁਆਰਾ ਫਿਰ ਉਹ ਸੈਕਸ਼ਨ ਜੋ ਪਤਾ ਲੱਗ ਰਿਹਾ ਕਿ ਚੇਂਜ ਵੀ ਕੀਤੇ ਗਏ ਸ਼ਾਇਦ ਸੈਕਸ਼ਨ। ਤਾਂ ਸਾਡੀ ਤਾਂ ਸਿੰਪਲ ਸਾਰੀਆਂ ਜਥੇਬੰਦੀਆਂ ਦੀ ਇਹੀ ਰਿਕੁਐਸਟ ਹੈ ਕਿ ਜਿਹੜੇ ਬੱਚੀ ਦੇ ਨਾਲ ਹੋਇਆ ਉਹਦੇ ਮਾਪੇ ਤੇ ਕੀ ਬੀਤ ਰਹੀ ਹੈ ਸਾਨੂੰ ਪਤਾ ਹੈ, ਅਸੀਂ ਆਪ ਬੱਚਿਆਂ ਵਾਲੇ ਹਾਂ। ਬਟ ਐਟ ਦ ਸੇਮ ਟਾਈਮ ਜਿਹੜੇ ਗਿੱਲ ਸਾਹਿਬ ਸ਼ੁਰੂ ਤੋਂ ਸਾਥ ਦੇ ਰਹੇ ਸੀਗੇ, ਉਹਨਾਂ ਵਾਲੇ ਧੱਕਾ ਨਹੀਂ ਹੋਣਾ ਚਾਹੀਦਾ ਸੀ। ਪੁਲਿਸ ਤੋਂ ਜਲਦੀ ਤੋਂ ਜਲਦੀ ਜਿਹੜੀ ਹੈ ਜਾਂਚ ਕੰਪਲੀਟ ਕਰਕੇ ਜਿਹੜਾ ਮੁੱਖ ਦੋਸ਼ੀ ਨੂੰ ਸਾਹਮਣੇ ਲੈ ਕੇ ਤੇ ਗਿੱਲ ਸਾਹਿਬ ਨੂੰ ਤੁਰੰਤ ਅਰੈਸਟ ਕਰਨਾ ਚਾਹੀਦਾ। ਸਰ ਤੁਸੀਂ ਥੋੜਾ ਜਿਹਾ ਤਾਂ ਕਹਿ ਰਹੇ ਹੋ ਪ੍ਰੈਸ਼ਰ ਆ ਗਿਆ, ਪਲੀਜ਼ ਪ੍ਰੈਸ਼ਰ ਥੋੜਾ ਜਿਹਾ ਕਰਨਾ ਜੇ ਕੱਲ ਤੱਕ ਦਾ ਅਲਟੀਮੇਟਮ ਦੇ ਦਿਓ। ਉਹਨਾਂ ਦਾ ਸਮਾਪਤ ਹੋ ਗਿਆ ਤਾਂ ਇਹ ਪੁੱਛ ਲਈਏ। ਬਾਅਦ ਚ ਕਰਦਾ ਵੀ ਥੋੜਾ ਨਾਲ ਹੋ ਜੀ। ਮਾਨ ਸਾਹਿਬ ਧਰਨਾ ਚੁਕਾਉਣ ਵਾਸਤੇ ਕਾਰਨ ਜਿਹੜਾ ਵਾ ਟਾਰਗੇਟ ਕੀਤਾ ਗਿਆ ਗਿੱਲ ਸਾਹਿਬ ਨੂੰ। ਬਿਲਕੁਲ ਜੀ, ਇਹ ਤੇ ਗੱਲ ਮੈਂ ਕੱਲ ਵੀ DC ਸਾਹਿਬ ਤੇ SSP ਸਾਹਿਬ ਦੇ ਅੱਗੇ ਰੱਖੀ ਸੀਗੀ ਕਿ DC ਆਪਣਾ ਗਿੱਲ ਸਾਹਿਬ ਨੇ ਦੇਖੋ ਆਪਣੇ ਆਪ ਨੂੰ ਖੁਦ ਆਫਰ ਕਰਕੇ, ਖੁਦ ਸਰੈਂਡਰ ਕਰਕੇ ਸਿਰਫ ਔਰ ਸਿਰਫ ਨੈਸ਼ਨਲ ਹਾਈਵੇ ਖਾਲੀ ਕਰਨ ਵਾਸਤੇ ਕਿ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਆਏ, ਲੋਕੀ ਆਰਾਮ ਨਾਲ ਚੱਲਣ ਫਿਰਨ, ਕਿਉਂਕਿ ਬਹੁਤ ਜ਼ਿਆਦਾ ਸਮੱਸਿਆ ਗੰਭੀਰ ਹੋ ਗਈ ਸੀ। ਤਾਂ ਉਹਨਾਂ ਨੇ ਖੁਦ ਸਰੈਂਡਰ ਕੀਤਾ ਪੁਲਿਸ ਨੂੰ ਕਿ ਮੈਨੂੰ ਜੇ ਪਕੜ ਕੇ ਤੁਸੀਂ ਹਾਈਵੇ ਖੋਲ ਸਕਦੇ ਹੋ ਤਾਂ ਖੋਲ ਦਿਓ। ਤੇ ਜੇ ਉਹਨਾਂ ਨੇ ਇੰਨੀ ਵੱਡੀ ਪਹਿਲ ਕਰਕੇ ਹਾਈਵੇ ਖਲਵਾਇਆ ਤੇ ਫਿਰ ਪੁਲਿਸ ਨੂੰ ਵੀ ਸਹਿਯੋਗ ਕਰਨਾ ਚਾਹੀਦਾ, ਉਹਨਾਂ ਨੂੰ ਵੀ ਕੇਸ ਉਸੇ ਹਿਸਾਬ ਨਾਲ ਕਰਕੇ ਇਹਨਾਂ ਨੂੰ ਰਿਲੀਜ਼ ਕਰਨਾ ਚਾਹੀਦਾ ਸੀਗਾ। ਅਸੀਂ ਅੱਜ ਸਾਰੇ ਇਸ ਸੁਖਜਿੰਦਰਾ ਗਰੁੱਪ ਦੇ ਵਿੱਚ ਇਕੱਠੇ ਹੋਏ ਹਾਂ, ਸਕੂਲ ਕਾਲਜਸ ਵਗੈਰਾ ਦੇ ਸਾਰੇ ਨੁਮਾਇੰਦੇ। ਔਰ ਜਿਸ ਤਰ੍ਹਾਂ ਕਿ ਸਾਡੇ ਪਹਿਲਾਂ ਪੰਜਾਬ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਜੀ ਨੇ ਵੀ ਕਿਹਾ ਵਾ ਕਿ ਜੇ ਰਿਲੀਜ਼ ਨਹੀਂ ਕੀਤਾ ਜਾਂਦਾ ਤੇ ਫਿਰ ਅਸੀਂ ਐਕਸ਼ਨ ਲੈਣ ਨੂੰ ਤਿਆਰ ਹੋਵਾਂਗੇ। ਥੋੜੀ ਦੇਰ ਦੇ ਬਾਅਦ ਹੀ ਕੋਰ ਕਮੇਟੀ ਦੀ ਮੀਟਿੰਗ ਹੈ, ਉਹਦੇ ਵਿੱਚ ਡਿਸਾਈਡ ਕੀਤਾ ਜਾਏਗਾ ਕਿ ਕੱਲ ਦੀ ਅਗਲੀ ਰੂਪਰੇਖਾ ਕੀ ਹੈ। ਫਿਰ ਤੇ ਕੱਲ ਦਾ ਅਸੀਂ ਇਹੀ ਪਲਾਨ ਕਰ ਰਹੇ ਹਾਂ ਕਿ ਜੇ ਇਸ ਤਰ੍ਹਾਂ ਦੀ ਸਾਡੀ ਗੱਲ ਨਹੀਂ ਮੰਨੀ ਜਾਂਦੀ ਹੈ ਤੇ ਫਿਰ ਕੱਲ ਗੁਰਦਾਸਪੁਰ ਡਿਸਟ੍ਰਿਕਟ ਦੇ ਜਿੰਨੇ ਵੀ ਸਕੂਲ ਔਰ ਕਾਲਜਸ ਨੇ
ਉਹ ਸਾਰੇ ਜਿਹੜੇ ਨੇ ਬੰਦ ਰੱਖੇ ਜਾਣਗੇ ਰੋਸ ਸਬੂਤ, ਔਰ ਅਗਲੀ ਕਾਰਵਾਈ ਦੁਬਾਰਾ ਜਿਹੜੀ ਆ ਉਹ ਫਿਰ ਮੀਟਿੰਗ ਕਰਕੇ ਕੀਤੀ ਜਾਏਗੀ।